ਰਾਜ ਸਰਕਾਰ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਠੋਸ ਯਤਨ ਕਰ ਰਹੀ ਹੈ। ਨੰਡੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਨਜ਼ਰੀਆ ਹੈ ਕਿ ਨੌਜਵਾਨਾਂ ਨੂੰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾ ਕੇ ਖੇਡਾਂ ਵੱਲ ਆਕਰਸ਼ਿਤ ਕੀਤਾ ਜਾਵੇ। ਨੰਡੀ ਇਸ ਯਤਨ ਨੂੰ ਹੋਰ ਅਗੇਰੇ ਵਧਾਉਣ ਲਈ ਮੈਂ ਪੰਜਾਬ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਆਧੁਨਿਕ ਸਾਜ਼ ਸਮਾਨ ਨਾਲ ਲੈਸ 4000 ਆਧੁਨਿਕ ਜਿਮਨੇਜ਼ੀਅਮ ਕੇਂਦਰ ਸਥਾਪਿਤ ਕਰਨ ਦੀ ਘੋਸ਼ਣਾ ਕਰ ਰਿਹਾ ਹਾਂ। ਨੰਡੀ ਜਿਸ ਲਈ 200 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਨੰਡੀ ਮੈਂ ਯੂਥ ਕਲੱਬਾਂ ਨੂੰ ਮੁਫਤ ਸਪੋਰਟਸ ਕਿੱਟਾਂ ਦੇਣ ਦੀ ਘੋਸ਼ਣਾ ਵੀ ਕਰ ਰਿਹਾ ਹਾਂ। ਨੰਡੀ ਜਿਸ ਲਈ ਸਾਲ 2016-17 ਵਿੱਚ 75 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਨੰਡੀ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੇ ਨੌਜਵਾਨਾਂ ਨੂੰ ਵੱਖ-ਵੱਖ ਸਕੀਮਾਂ ਅਧੀਨ ਕਵਰ ਕੀਤਾ ਗਿਆ ਹੈ, ਜੋ ਕਿ ਉਹਨਾਂ ਨੂੰ ਉਚੇਰੀ ਸਿੱਖਿਆ ਲਈ ਪੈਰਵੀ ਕਰਨ ਦੇ ਯੋਗ ਬਣਾਉਂਦੀਆਂ ਹਨ, ਪਰੰਤੂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਬਹੁਤ ਸਾਰੇ ਨੌਜਵਾਨ ਇਹਨਾਂ ਲਾਭਾਂ ਨੂੰ ਮਾਣਨ ਦੇ ਯੋਗ ਨਹੀਂ ਹਨ। ਨੰਡੀ ਇਹਨਾਂ ਵਰਗਾਂ ਦੇ ਨੌਜਵਾਨਾਂ ਨੂੰ ਉਚੇਰੀ ਅਤੇ ਤਕਨੀਕੀ ਸਿੱਖਿਆ ਲਈ ਪੈਰਵੀ ਕਰਨ ਦੇ ਯੋਗ ਬਣਾਉਣ ਲਈ ਮੈਂ ਉਹਨਾਂ ਵਾਸਤੇ ਸੈਂਟਰਲ ਕੋਆਪਰੇਟਿਵ ਬੈਂਕਾਂ ਦੁਆਰਾ ਕੋਰਸ ਦੇ ਸਮੇਂ ਦੌਰਾਨ 5 ਲੱਖ ਰੁਪਏ ਤੱਕ ਵਿਆਜ ਮੁਕਤ ਸਿੱਖਿਆ ਕਰਜ਼ ਮੁਹੱਈਆ ਕਰਵਾਉਣ ਦੀ ਸਕੀਮ ਦੀ ਘੋਸ਼ਣਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਡੰਡੀ ਕੇਂਦਰੀ ਮਾਲੀਆ ਸਕੱਤਰ ਹਸਮੁਖ ਅਧਿਆ ਦਾ ਇਹ ਇਕਬਾਲ ਕਿ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਦਾ ਬੋਝ ਘਟਾਉਣ ਲਈ ਵਸਤਾਂ ਤੇ ਸੇਵਾਵਾਂ ਕਰ ਦੀਆਂ ਦਰਾਂ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਦੇ ਰੁਖ ਵਿੱਚ GST ਨੂੰ ਲੈ ਕੇ ਆ ਰਹੀ ਤਬਦੀਲੀ ਦਾ ਸੂਚਕ ਹੈ। ਨੰਡੀ ਸਿਆਸੀ ਤੌਰ 'ਤੇ ਵੀ ਇਹ ਇਕਬਾਲ ਬੜਾ ਵਕਤੀ ਕਿਹਾ ਜਾ ਸਕਦਾ ਹੈ। ਨੰਡੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੂੰ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਵੋਟਾਂ ਦੀ ਸਖਤ ਲੋੜ ਹੈ ਅਤੇ ਇਸੇ ਲਈ ਉਹ ਇਹਨਾਂ ਵਰਗਾਂ ਨੂੰ GST ਵਿੱਚ ਤਬਦੀਲੀਆਂ ਰਾਹੀਂ ਰਾਹਤ ਦੇਣੀ ਚਾਹੁੰਦੀ ਹੈ। ਨੰਡੀ ਇਹ ਵਰਗ ਰਵਾਇਤੀ ਤੌਰ 'ਤੇ ਭਾਜਪਾ ਦੇ ਹਮਾਇਤੀ ਰਹੇ ਹਨ, ਪਰ GST ਉੱਤੇ ਅਮਲ ਨਾਲ ਜੁੜੀਆਂ ਮੁਸ਼ਕਲਾਂ ਨੇ ਇਸ ਹਮਾਇਤ ਨੂੰ ਖੋਰਾ ਲਾ ਦਿੱਤਾ ਹੈ। ਨੰਡੀ ਗੁਜਰਾਤੀਆਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਮਾਇਕ ਨੁਕਸਾਨ ਕਰਨ ਵਾਲੇ ਨੂੰ ਨਹੀਂ ਬਖਸ਼ਦੇ। ਨੰਡੀ ਇਸ ਹਕੀਕਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਗੀ ਤਰ੍ਹਾਂ ਵਾਕਫ ਹਨ। ਨੰਡੀ ਇਸੇ ਲਈ ਉਹਨਾਂ ਨੇ GST ਨੂੰ ਕਾਹਲੀ ਨਾਲ ਲਾਗੂ ਕੀਤੇ ਜਾਣ ਤੋਂ ਉਪਜੇ ਗੁੱਸੇ ਦਾ ਰੁਖ ਭਾਜਪਾ ਦੀ ਤਰਫੋਂ ਕੁਝ ਮੋੜਨ ਲਈ ਆਪਣੀ ਗੁਜਰਾਤ ਫੇਰੀ ਦੌਰਾਨ ਇਸ ਟੈਕਸ ਨੂੰ ਕਾਂਗਰਸ ਦਾ ਬੱਚਾ ਦੱਸਿਆ ਸੀ। ਨੰਡੀ ਮਾਲੀਆ ਸਕੱਤਰ ਦੇ ਐਤਵਾਰ ਵਾਲੇ ਬਿਆਨ ਵਿੱਚ ਕਾਰੋਬਾਰੀਆਂ ਲਈ 2 ਨੁਕਤੇ ਉਚੇਚੇ ਤੌਰ 'ਤੇ ਸ਼ਾਮਲ ਹਨ। ਇੱਕ ਤਾਂ GST ਦੀਆਂ ਦਰਾਂ ਵਿੱਚ ਕਮੀ ਕੀਤੀ ਜਾਵੇਗੀ ਅਤੇ ਦੂਜਾ 1 ਸਾਲ ਦੇ ਅੰਦਰ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਕੇ ਸੁੱਖ ਦੇ ਦਿਨ ਆ ਜਾਣਗੇ। ਨੰਡੀ ਪਹਿਲਾ ਨੁਕਤਾ ਇਹ ਕਬੂਲਣ
ਵਾਂਗ ਹੈ ਕਿ GST ਕਾਹਲ ਨਾਲ ਅਤੇ ਬਿਨਾਂ ਸਹੀ ਤਿਆਰੀਆਂ ਦੇ ਲਾਗੂ ਕੀਤਾ ਗਿਆ। ਨੰਡੀ ਦੂਜਾ ਨੁਕਤਾ ਹੋਰ ਵੀ ਦੁਖਦਾਈ ਹੈ ਕਿ ਅੱਛੇ ਦਿਨਾਂ ਦੀ ਆਮਦ ਤੋਂ ਪਹਿਲਾਂ 1 ਸਾਲ ਤੱਕ ਬੁਰੇ ਦਿਨ ਝੱਲਣੇ ਹੀ ਪੈਣਗੇ। ਨੰਡੀ ਪਹਿਲਾਂ ਹੀ 4 ਮਹੀਨਿਆਂ ਦੀ ਟੈਕਸ ਅਰਾਜਕਤਾ ਤੇ ਭੰਬਲ ਭੂਸੇ ਨੇ ਕਈ ਸਨਅਤੀ ਇਕਾਈਆਂ ਬੰਦ ਕਰਵਾ ਦਿੱਤੀਆਂ ਹਨ। ਨੰਡੀ ਹੁਣ ਛੋਟੀਆਂ ਤੇ ਦਰਮਿਆਨੀਆਂ ਇਕਾਈਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸਾਲ ਭਰ ਹੋਰ ਦੁੱਖ ਬਰਦਾਸ਼ਤ ਕਰਨ। ਨੰਡੀ ਕਾਰੋਬਾਰੀ ਹਲਕਿਆਂ ਦਾ ਕਹਿਣਾ ਹੈ ਕਿ ਸੂਰਤ ਦੀਆਂ 65,000 ਦੇ ਕਰੀਬ ਛੋਟੀਆਂ ਟੈਕਸਟਾਈਲ ਯੂਨਿਟਾਂ ਬਹੁਤ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ। ਨੰਡੀ ਭਾਵੇਂ ਉਹਨਾਂ ਵਿੱਚੋਂ ਬਹੁਤੀਆਂ ਨੇ GST ਦੇ ਘੇਰੇ ਵਿੱਚ ਨਹੀਂ ਆਉਣਾ, ਫਿਰ ਵੀ ਉਹਨਾਂ ਦੇ ਉਤਪਾਦਾਂ ਦੇ ਵੱਡੇ ਗਾਹਕ ਜੋ ਕਿ ਵੱਡੇ ਪਰਚੂਨ ਵਿਕਰੇਤਾ ਹਨ GST ਦੇ ਤਹਿਤ ਰਜਿਸਟਰਡ ਉਤਪਾਦਕਾਂ ਪਾਸੋਂ ਹੀ ਮਾਲ ਖਰੀਦ ਰਹੇ ਹਨ, ਕਿਉਂਕਿ ਸਿਰਫ ਅਜਿਹੇ ਉਤਪਾਦਕਾਂ ਤੋਂ ਮਾਲ ਖਰੀਦਣ ਤੇ ਹੀ ਉਹ ਹੋਰ ਸਮੱਗਰੀ ਦੀ ਖਰੀਦ ਲਈ ਬੈਂਕਾਂ ਪਾਸੋਂ ਰਕਮਾਂ ਉਧਾਰ ਲੈ ਸਕਦੇ ਹਨ। ਕੁਝ ਸਮਾਂ ਪਹਿਲਾਂ ਇਸ ਸੰਸਾਰ ਵਿੱਚ ਬਰਾਬਰ ਦੀ ਟੱਕਰ ਦੀਆਂ 2 ਮਹਾਸ਼ਕਤੀਆਂ ਮੌਜੂਦ ਸਨ, ਜਿਸ ਦੇ ਸਿੱਟੇ ਵਜੋਂ ਠੰਡੀ ਜੰਗ ਦੇ ਬੱਦਲ ਛਾਏ ਰਹਿੰਦੇ ਸਨ। ਨੰਡੀ ਉਸ ਸਥਿਤੀ ਵਿੱਚ ਜੇਕਰ ਅਮਰੀਕਾ ਕਿਸੇ ਦੇਸ਼ ਨੂੰ ਭਬਕੀ ਮਾਰਦਾ ਸੀ ਤਾਂ ਰੂਸ ਉਸ ਦੇਸ਼ ਦੇ ਮੋਢੇ ਉੱਤੇ ਥਾਪੜਾ ਦੇ ਦਿੰਦਾ ਸੀ। ਨੰਡੀ ਇਸ ਦੇ ਮੁਕਾਬਲੇ ਵਿੱਚ ਜੇਕਰ ਰੂਸ ਕਿਸੇ ਦੇਸ਼ ਨੂੰ ਤਾੜਨਾ ਕਰਦਾ ਸੀ ਤਾਂ ਅਮਰੀਕਾ ਉਸ ਦੇਸ਼ ਨੂੰ ਹੱਲਾਸ਼ੇਰੀ ਦਿੰਦਾ ਸੀ। ਨੰਡੀ ਇਸ ਤਰ੍ਹਾਂ ਹਰ ਵੇਲੇ ਡਰ, ਭੈ ਅਤੇ ਤਣਾਅ ਵਾਲਾ ਮਾਹੌਲ ਬਣਿਆ ਰਹਿੰਦਾ ਸੀ। ਨੰਡੀ ਇਸ ਤਰ੍ਹਾਂ ਦੂਜੇ ਦੇ ਡਰ ਅਤੇ ਆਪਣੀ ਸੁਰੱਖਿਆ ਦੀ ਭਾਵਨਾ ਦੇ ਮੱਦੇਨਜ਼ਰ ਵੱਡੇ ਦੇਸ਼ਾਂ ਨੇ ਬਹੁਤ ਸਾਰੇ ਘਾਤਕ ਅਸਲੇ ਦੀ ਜ਼ਖੀਰੇਬਾਜ਼ੀ ਕੀਤੀ। ਨੰਡੀ ਅਮਨ ਪਸੰਦ ਹਸਤੀਆਂ ਦੀ ਪ੍ਰੇਰਨਾ ਨਾਲ ਇਹਨਾਂ ਜ਼ਖੀਰਿਆਂ ਨੂੰ ਘਟਾਉਣ ਦੇ ਯਤਨ ਵੀ ਕੀਤੇ ਗਏ ਹਨ। ਨੰਡੀ ਸੋਵੀਅਤ ਯੂਨੀਅਨ ਦੇ ਬਿਖਰ ਜਾਣ ਕਾਰਨ ਠੰਡੀ ਜੰਗ ਕਾਫੀ ਹੱਦ ਤੱਕ ਠੰਡੀ ਪੈ ਗਈ ਹੈ। ਨੰਡੀ ਰੂਸ ਅੰਦਰੂਨੀ ਤੌਰ ਤੇ ਆਰਥਿਕ ਸੁਧਾਰਾਂ ਦੇ ਚੱਕਰ ਵਿੱਚ ਪਿਆ ਹੋਇਆ ਹੈ। ਨੰਡੀ ਕੁਝ ਵੀ ਹੋਵੇ ਉਸ ਨੂੰ ਪਹਿਲ ਸਥਿਤੀ ਵਿੱਚ ਆਉਣ ਲਈ ਕਾਫੀ ਸਮਾਂ ਲੱਗੇਗਾ। ਨੰਡੀ ਹੁਣ ਭਾਵੇਂ ਚੀਨ ਆਪਣੇ ਡੌਲੇ ਫਰਕਾ ਰਿਹਾ ਹੈ, ਪਰੰਤੂ ਇਹ ਸੱਚ ਹੈ ਕਿ ਕੁਝ ਸਮਾਂ ਪਹਿਲਾਂ ਇਹ ਕਮਿਊਨਿਸਟ ਦੇਸ਼ ਵੀ ਸੋਵੀਅਤ ਸੰਘ ਦੀ ਸ਼ਕਤੀ ਤੋਂ ਡਰਦਾ ਸੀ। ਨੰਡੀ ਅਸਲ ਵਿੱਚ ਸੋਵੀਅਤ ਸੰਘ ਇੱਕ ਸੰਸਾਰ ਸ਼ਕਤੀ ਸੀ ਅਤੇ ਉਸ ਦਾ ਪਰਮਾਣੂ ਪ੍ਰੋਗਰਾਮ ਚੀਨ ਨਾਲੋਂ ਘੱਟ ਤੋਂ ਘੱਟ 2 ਦਹਾਕੇ ਅੱਗੇ ਸੀ। ਨੰਡੀ ਉਸ ਕੋਲ ਇੰਨਾ ਐਟਮੀ ਅਸਲਾ ਸੀ ਕਿ ਉਹ ਜੰਗ ਦੀ ਸੂਰਤ ਵਿੱਚ ਚੀਨ ਨੂੰ ਇੱਕ ਦਿਨ ਵਿੱਚ ਹੀ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਸੀ। ਨੰਡੀ ਚੀਨ ਦਾ ਹੋਰਨਾਂ ਗੁਆਂਢੀ ਦੇਸ਼ਾਂ ਵਾਂਗ ਸੋਵੀਅਤ ਸੰਘ ਨਾਲ ਵੀ ਸਰਹੱਦੀ ਝਗੜਾ ਸੀ। ਨੰਡੀ ਇਸ ਲਈ ਚੀਨ ਨੂੰ ਦੁਨੀਆ ਦੀ ਦੂਜੀ ਮਹਾਸ਼ਕਤੀ ਅਮਰੀਕਾ ਦੀ ਲੋੜ ਸੀ ਤਾਂ ਜੋ ਉਹ ਅਮਰੀਕਾ ਦੀ ਮਦਦ ਨਾਲ ਸੋਵੀਅਤ ਸੰਘ ਨੂੰ ਅੱਖਾਂ ਵਿਖਾ ਸਕੇ ਅਤੇ ਇਸ ਦੇ
ਨਾਲ ਹੀ ਅਮਰੀਕੀ ਤਕਨਾਲੋਜੀ ਨਾਲ ਆਪਣੇ ਦੇਸ਼ ਵਿੱਚ ਵੱਡੇ ਵੱਡੇ ਕਾਰਖਾਨੇ ਲਗਾ ਸਕੇ ਅਤੇ ਉਹਨਾਂ ਕਾਰਖਾਨਿਆਂ ਵਿੱਚ ਬਣਿਆ ਆਧੁਨਿਕ ਸਮਾਨ ਅਮਰੀਕਾ ਅਤੇ ਯੂਰਪ ਦੀਆਂ ਮੰਡੀਆਂ ਵਿੱਚ ਵੇਚ ਸਕੇ। ਨੰਡੀ ਚੀਨ ਦੀ ਇਸ ਨੀਤੀ ਨੇ ਉਸ ਨੂੰ ਅੱਜ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ ਹੈ। ਨੰਡੀ ਅੱਜ ਚੀਨ ਅਮਰੀਕੀ ਅਤੇ ਯੂਰਪੀ ਤਕਨਾਲੋਜੀ ਨਾਲ ਬਣਾਇਆ ਸਮਾਨ ਸਾਰੇ ਸੰਸਾਰ ਵਿੱਚ ਵੇਚ ਰਿਹਾ ਹੈ। ਨੰਡੀ